ਸਤਿ ਸ਼੍ਰੀ ਅਕਾਲ ਦੋਸਤੋ, ਮੇਰਾ ਨਾਮ ਸੁਖਰਾਜ ਸਿੰਘ। ਜਿੱਦਾਂ ਕਿ ਆਪਾਂ ਇਹ ਰੀਸੈਂਟਲੀ ਚੈਨਲ ਕ੍ਰੀਏਟ ਕੀਤਾ ਵਾ ਤਾਂ ਕਿ ਤੁਹਾਡੀ ਥੋੜ੍ਹੀ ਹੈਲਪ ਹੋ ਸਕੇ ਆਈਲੈਟਸ ਦੀ ਇਸ ਜਰਨੀ ਦੇ ਵਿੱਚ। ਸੋ ਇਹ ਆਪਣੀ ਫਸਟ ਵੀਡੀਓ ਹੈ ਇਸ ਚੈਨਲ ਦੇ ਉੱਤੇ, ਅਤੇ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਿ ਕਿੱਦਾਂ ਆਪਾਂ ਇੰਟਰੋਡਕਸ਼ਨ ਲਿਖਦੇ ਹਾਂ ਰਾਈਟਿੰਗ ਟਾਸਕ 2 ਦੀ। ਅੱਜ ਆਪਾਂ ਸਿਰਫ 2 ਟਾਈਪਸ ਦੀ ਗੱਲ ਕਰਾਂਗੇ, ਜਿਸ ਵਿੱਚ ਫਸਟ ਟਾਈਪ ਹੈ ਐਗਰੀ ਔਰ ਡਿਸਐਗਰੀ ਵਾਲੀ, ਐਂਡ ਸੈਕਿੰਡ ਹੈ ਡਿਸਕਸ ਬੋਥ ਸਾਈਡਸ। ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਮੇਰੀ ਇੱਕ ਛੋਟੀ ਜਿਹੀ ਰਿਕੁਐਸਟ ਹੈ ਕਿ ਵੀਡੀਓ ਥੋੜ੍ਹੀ 10 ਤੋਂ 15 ਮਿੰਟ ਤੱਕ ਲੰਬੀ ਹੋ ਸਕਦੀ ਹੈ, ਪਰ ਮੈਂ ਇੱਕ ਗੱਲ ਵਾਅਦੇ ਨਾਲ ਕਹਿ ਸਕਦਾ ਹਾਂ ਕਿ ਤੁਹਾਡਾ ਟਾਈਮ ਵੇਸਟ ਨਹੀਂ ਹੋਵੇਗਾ। ਅਤੇ ਜੇਕਰ ਤੁਸੀਂ ਧਿਆਨ ਨਾਲ 10-15 ਮਿੰਟ ਵੀਡੀਓ ਦੇਖ ਲੈਂਦੇ ਹੋ ਤਾਂ ਇਹਨਾਂ 2 ਟਾਈਪਸ ਦੇ ਵਿੱਚ ਤੁਹਾਨੂੰ ਅੱਜ ਤੋਂ ਬਾਅਦ ਕੋਈ ਵੀ ਪ੍ਰੋਬਲਮ ਨਹੀਂ ਫੇਸ ਕਰਨੀ ਪਵੇਗੀ ਇੰਟਰੋਡਕਸ਼ਨ ਲਿਖਣ ਦੇ ਵਿੱਚ। ਹੁਣ ਆਪਾਂ ਸ਼ੁਰੂ ਕਰਦੇ ਹਾਂ ਆਪਣੀ ਅੱਜ ਦੀ ਫਸਟ ਟਾਈਪ, ਜਿਹੜੀ ਹੈ ਐਗਰੀ ਔਰ ਡਿਸਐਗਰੀ ਵਾਲੀ। ਠੀਕ ਹੈ, ਦੇਖੋ ਸਟੇਟਮੈਂਟ ਆਪਣੇ ਸਾਹਮਣੇ ਹੈ। ਜਿੱਦਾਂ ਲਿਖਿਆ ਹੋਇਆ ਕਿ ਸਮ ਪੀਪਲ ਬਲੀਵ ਦੈਟ ਦ ਏਜ ਲਿਮਿਟ ਫॉर ਦ ਡਰਾਈਵਰਸ ਸ਼ੁੱਡ ਬੀ ਇਨਕਰੀਜ਼ਡ ਟੂ ਰਿਡਿਊਸ ਦ ਨੰਬਰ ਆਫ ਐਕਸੀਡੈਂਟਸ ਔਨ ਰੋਡਸ। ਟੂ ਵਟ ਐਕਸਟੈਂਟ ਡੂ ਯੂ ਐਗਰੀ ਔਰ ਡਿਸਐਗਰੀ ਵਿਦ ਦਿਸ ਸਟੇਟਮੈਂਟ। ਮਤਲਬ ਇਹ ਕਿ ਕੁਛ ਲੋਕ ਸੋਚਦੇ ਨੇ ਕਿ ਜਿਹੜੀ ਡਰਾਈਵਰ ਬਣਨ ਦੀ ਜਿਹੜੀ ਉਮਰ ਹੁੰਦੀ ਹੈ, ਠੀਕ ਹੈ, ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਏਜ 'ਤੇ ਆਪਾਂ ਨੂੰ ਲਾਇਸੈਂਸ ਮਿਲਦਾ ਵਾ, ਜੇਕਰ ਉਹ ਵਧਾ ਦਿੱਤੀ ਜਾਵੇ ਤਾਂ ਇਸ ਨਾਲ ਰੋਡ ਐਕਸੀਡੈਂਟਸ ਵਿੱਚ ਕਮੀ ਆ ਸਕਦੀ ਹੈ। ਠੀਕ ਹੈ, ਸਟੇਟਮੈਂਟ ਕਲੀਅਰ ਹੈ। ਇੱਥੇ ਮੈਂ ਇੱਕ ਗੱਲ ਐਡ ਜ਼ਰੂਰ ਕਰਨਾ ਚਾਹਾਂਗਾ ਕਿ ਬਹੁਤ ਸਾਰੇ ਸਟੂਡੈਂਟਸ ਪ੍ਰੋਬਲਮਸ ਫੇਸ ਕਰਦੇ ਨੇ ਇਹੀ ਫਾਈਂਡ ਆਊਟ ਕਰਨ ਦੇ ਵਿੱਚ ਕਿ ਡਿਫਰੈਂਸ ਕੀ ਹੈ। ਟੂ ਵਟ ਐਕਸਟੈਂਟ ਡੂ ਯੂ ਐਗਰੀ ਔਰ ਡਿਸਐਗਰੀ, ਐਂਡ ਸਿਰਫ ਜਿਹੜਾ ਆਪਾਂ ਨੂੰ ਗਿਵਨ ਹੁੰਦਾ ਵਾ ਡੂ ਯੂ ਐਗਰੀ ਔਰ ਡਿਸਐਗਰੀ। ਜਦੋਂ ਨਾਲ ਟੂ ਵਟ ਐਕਸਟੈਂਟ ਲੱਗ ਜਾਂਦਾ ਵਾ ਤਾਂ ਕਈ ਵਾਰੀ ਬਹੁਤ ਸਾਰੇ ਸਟੂਡੈਂਟ ਜਿਹੜੇ ਕਨਫਿਊਜ਼ ਹੋ ਜਾਂਦੇ ਆ, ਉਹ ਫਰਕ ਹੀ ਨਹੀਂ ਪਤਾ ਲੱਗਦਾ ਉਹਨਾਂ ਨੂੰ ਕਿ ਇਹਨਾਂ ਦੇ ਵਿੱਚ ਡਿਫਰੈਂਸ ਕੀ ਹੈ। ਸਟੇਟਮੈਂਟ ਨੂੰ ਪੈਰਾਫਰੇਜ਼ ਕਰਨ ਤੋਂ ਪਹਿਲਾਂ ਆਪਾਂ ਇੱਕ ਵਾਰ ਦੇਖਾਂਗੇ ਕਿ ਇਹਨਾਂ ਦੋਨਾਂ ਟਾਈਪਸ ਦੇ ਵਿੱਚ ਡਿਫਰੈਂਸ ਕੀ ਹੈ। ਦੇਖੋ ਇਸ ਵਿੱਚ ਕੁਝ ਜ਼ਿਆਦਾ ਡਿਫਰੈਂਸ ਨਹੀਂ ਹੁੰਦਾ। ਜਦੋਂ ਆਪਾਂ ਨੂੰ ਸਿੰਪਲੀ ਪੁੱਛਿਆ ਜਾਂਦਾ ਕਿ ਡੂ ਯੂ ਐਗਰੀ ਔਰ ਡਿਸਐਗਰੀ, ਇਸ ਦਾ ਮਤਲਬ ਇਹ ਨਿਕਲਦਾ ਕਿ ਤੁਸੀਂ ਇਸ ਸਟੇਟਮੈਂਟ ਦੇ ਨਾਲ ਐਗਰੀ ਹੋ ਜਾਂ ਡਿਸਐਗਰੀ। ਉਸ ਟਾਈਮ 'ਤੇ ਆਪਾਂ ਨੂੰ ਬੈਟਰ ਇਹੀ ਹੋਵੇਗਾ ਕਿ ਜੇਕਰ ਆਪਾਂ ਇੱਕ ਸਾਈਡ 'ਤੇ ਹੀ ਜਾਈਏ, ਜਾਂ ਆਪਾਂ ਐਗਰੀ ਵਾਲੀ ਸਾਈਡ 'ਤੇ ਜਾਈਏ ਜਾਂ ਆਪਾਂ ਡਿਸਐਗਰੀ ਵਾਲੀ ਸਾਈਡ 'ਤੇ। ਜੇਕਰ ਆਪਾਂ ਸਟੇਟਮੈਂਟ ਨਾਲ ਐਗਰੀ ਹਾਂ ਤਾਂ ਆਪਣਾ BP1 ਅਤੇ BP2 ਦੋਵੇਂ ਐਗਰੀ ਪੁਆਇੰਟਸ ਦੇ ਰਿਲੇਟਡ ਹੋਵੇਗਾ। ਜੇਕਰ ਆਪਾਂ ਡਿਸਐਗਰੀ ਹਾਂ ਤਾਂ ਦੋਨੋਂ BPs ਦੇ ਵਿੱਚ ਆਪਾਂ ਡਿਸਐਗਰੀ ਦੇ ਰਿਲੇਟਡ ਪੁਆਇੰਟਸ ਲਿਖਾਂਗੇ। ਜੇਕਰ ਪੁੱਛਿਆ ਜਾਵੇ ਟੂ ਵਟ ਐਕਸਟੈਂਟ ਡੂ ਯੂ ਐਗਰੀ ਔਰ ਡਿਸਐਗਰੀ, ਇਸ ਤਰ੍ਹਾਂ ਦੇ ਟਾਈਪ ਵਿੱਚ ਆਪਾਂ 70-30 ਦੇ ਮੈਥਡ ਨਾਲ ਲਿਖਦੇ ਹਾਂ। ਦੇਖੋ ਆਪਾਂ ਆਪਣੀ ਕਾਮਨ ਸੈਂਸ ਲਗਾ ਕੇ ਦੇਖੀਏ, ਟੂ ਵਟ ਐਕਸਟੈਂਟ ਦਾ ਮੀਨਿੰਗ ਕੀ ਬਣਦਾ ਹੈ ਕਿ ਤੁਸੀਂ ਕਿਸ ਹੱਦ ਤੱਕ ਐਗਰੀ ਹੋ ਜਾਂ ਡਿਸਐਗਰੀ। ਇਸ ਵਿੱਚ ਆਪਾਂ ਕੁਛ ਹੱਦ ਤੱਕ ਜਾ ਕੇ ਐਗਰੀ, ਉਸ ਤੋਂ ਬਾਅਦ ਡਿਸਐਗਰੀ ਹੋ ਸਕਦੇ ਹਾਂ। ਤਾਂ ਹੁਣ ਆਪਾਂ ਦੇਖਦੇ ਹਾਂ ਕਿ 70-30 ਮੈਥਡ ਕੀ ਹੁੰਦਾ ਹੈ, ਤਾਂ ਆਪਾਂ ਇਹਦੇ ਨਾਲ ਕਿੱਦਾਂ ਲਿਖ ਸਕਦੇ ਹਾਂ। ਜਿੱਦਾਂ ਕਿ ਡੂ ਯੂ ਐਗਰੀ ਔਰ ਡਿਸਐਗਰੀ ਵਾਲੀ ਟਾਈਪ ਦੇ ਵਿੱਚ ਸਿਰਫ 2 ਹੀ ਬੋਡੀ ਪੈਰਾਗ੍ਰਾਫਸ ਹੁੰਦੇ ਨੇ। ਜੇਕਰ ਆਪਾਂ 70-30 ਦੀ ਗੱਲ ਕਰੀਏ ਟੂ ਵਟ ਐਕਸਟੈਂਟ ਵਾਲੀ ਟਾਈਪ ਦੇ ਵਿੱਚ, ਇਸ ਵਿੱਚ 3 ਬੋਡੀ ਪੈਰਾਗ੍ਰਾਫ ਹੋਣਗੇ। BP1 ਅਤੇ BP2 ਵਿੱਚ ਆਪਾਂ ਐਗਰੀ ਦੇ ਰਿਲੇਟਡ ਪੁਆਇੰਟ ਲਿਖਾਂਗੇ। BP3 ਵਿੱਚ ਆਪਾਂ ਡਿਸਐਗਰੀ। ਸੇਮ BP1 ਅਤੇ BP2 ਵਿੱਚ ਜਾਂ ਆਪਾਂ ਡਿਸਐਗਰੀ ਲਿਖ ਰਹੇ ਹਾਂ, BP3 ਵਿੱਚ ਆਪਾਂ ਐਗਰੀ ਦੇ ਰਿਲੇਟਡ ਪੁਆਇੰਟ ਲਿਖ ਸਕਦੇ ਹਾਂ। ਤੁਹਾਡਾ ਜ਼ਿਆਦਾ ਟਾਈਮ ਨਾ ਵੇਸਟ ਕਰਦੇ ਹੋਇਆਂ ਆਪਾਂ ਆਪਣੇ ਅੱਜ ਦੇ ਮੇਨ ਟੋਪਿਕ 'ਤੇ ਗੱਲ ਕਰਦੇ ਹਾਂ ਕਿ ਕਿੱਦਾਂ ਆਪਾਂ ਉਸ ਨੂੰ ਪੈਰਾਫਰੇਜ਼ ਕਰਕੇ ਲਿਖ ਸਕਦੇ ਹਾਂ। ਜਿੱਦਾਂ ਕਿ ਆਪਣੇ ਸਟੇਟਮੈਂਟ ਵੀ ਆਪਣੇ ਸਾਹਮਣੇ ਹੈ ਅਤੇ ਉਸਦੀ ਪੈਰਾਫਰੇਜ਼ਿੰਗ ਵੀ। ਹੁਣ ਆਪਾਂ ਦੇਖਣਾ ਵਾ ਕਿ ਇਸ ਨੂੰ ਕਿੱਦਾਂ ਇੱਕ ਵੱਖਰੇ ਤਰੀਕੇ ਦੇ ਨਾਲ ਪੈਰਾਫਰੇਜ਼ ਕਰਕੇ ਆਪਾਂ ਚੰਗੇ ਬੈਂਡ ਸਕੋਰ ਅਚੀਵ ਕਰ ਸਕਦੇ ਹਾਂ। ਦੇਖੋ ਲਿਖਿਆ ਕਿ ਇਟ ਇਜ਼ ਓਫਨ ਆਰਗਿਊਡ ਦੈਟ ਰਾਈਜ਼ਿੰਗ ਦ ਲੀਗਲ ਏਜ ਆਫ ਡਰਾਈਵਿੰਗ ਇਜ਼ ਇਨਫ ਟੂ ਇਨਸ਼ਿਓਰ ਰੋਡ ਸੇਫਟੀ ਔਰ ਅਦਰ ਪ੍ਰੀਕੋਸ਼ਨਰੀ ਮੈਜਰਸ ਨੀਡ ਟੂ ਬੀ ਟੇਕਨ। ਦੇਖੋ ਬਹੁਤੇ ਬੱਚੇ ਕੀ ਕਰਦੇ ਆ ਕਿ ਸਿੰਪਲੀ ਜੋ ਲਿਖਿਆ ਹੁੰਦਾ ਵਾ, ਜਿੱਦਾਂ ਸਮ ਨੂੰ ਫਿਊ ਲਿਖ ਦੇਣਗੇ, ਪੀਪਲ ਨੂੰ ਇੰਡੀਵਿਜੂਅਲਸ ਲਿਖ ਦੇਣਗੇ, ਇੱਦਾਂ ਕਰਕੇ ਪੈਰਾਫਰੇਜ਼ ਕਰਦੇ ਆ। ਬਟ ਉਹ ਮੈਥਡ ਜ਼ਿਆਦਾ ਇਫੈਕਟਿਵ ਨਹੀਂ ਹੈਗਾ। ਉਸ ਦੇ ਨਾਲ ਆਪਾਂ 6.5 ਤੱਕ ਅਚੀਵ ਕਰ ਸਕਦੇ ਹਾਂ। ਜੇਕਰ ਆਪਣੀ 7+ ਦੀ ਰਿਕੁਆਇਰਮੈਂਟ ਹੈ ਤਾਂ ਆਪਾਂ ਨੂੰ ਕੁਛ ਡਿਫਰੈਂਟ ਕਰਨਾ ਪਵੇਗਾ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕਿ ਇਟ ਇਜ਼ ਓਫਨ ਆਰਗਿਊਡ ਦੈਟ ਦਾ ਮਤਲਬ ਕੀ ਹੈ। ਆਪਾਂ ਇਹ ਸਟਰਕਚਰ ਕਿਉਂ ਲਗਾਇਆ। ਦੇਖੋ ਜਦੋਂ ਵੀ ਤੁਹਾਨੂੰ ਐਗਰੀ ਔਰ ਡਿਸਐਗਰੀ ਵਾਲੀ ਟਾਈਪ ਜਾਂ ਡਿਸਕਸ ਬੋਥ ਸਾਈਡਸ ਵਾਲੀ ਟਾਈਪ ਆਉਂਦੀ ਹੈ ਤਾਂ ਅੱਖਾਂ ਬੰਦ ਕਰਕੇ ਇਟ ਇਜ਼ ਓਫਨ ਆਰਗਿਊਡ ਦੈਟ ਤੋਂ ਸ਼ੁਰੂ ਕਰ ਦੇਣਾ ਵਾ। ਇਸ ਦਾ ਮਤਲਬ ਕੀ ਹੈ ਕਿ ਇਸ ਗੱਲ 'ਤੇ ਅਕਸਰ ਬਹਿਸ ਕੀਤੀ ਜਾਂਦੀ ਹੈ। ਆਪਾਂ ਇਹ ਮੈਥਡ ਕਿਉਂ ਲਗਾਉਣਾ ਵਾ, ਕਿਉਂਕਿ ਆਪਾਂ ਦੇਖੋ ਡਿਸਕਸ ਬੋਥ ਸਾਈਡਸ ਵਾਲੀ ਵਿੱਚ ਵੀ ਆਪਣੇ ਕੋਲ 2 ਵਿਊ ਪੁਆਇੰਟਸ ਹੁੰਦੇ ਨੇ। ਇੱਕ ਵਿਊ ਪੁਆਇੰਟ ਦੂਜੇ ਵਿਊ ਪੁਆਇੰਟ ਨਾਲ ਕੰਟਰਾਡਿਕਟ ਕਰਦਾ ਵਾ, ਮਤਲਬ ਇੱਕ ਵਿਊ ਪੁਆਇੰਟ ਦੂਜੇ ਦੇ ਅਗੇਂਸਟ ਹੁੰਦਾ ਵਾ। ਐਗਰੀ ਔਰ ਡਿਸਐਗਰੀ ਵਾਲੇ ਦੇ ਵਿੱਚ ਵੀ ਜ਼ਿਆਦਾਤਰ ਇਹੀ ਹੁੰਦਾ ਵਾ
ਬਹਿਸ ਹੀ ਹੁੰਦੀ ਹੈ, ਠੀਕ ਹੈ। ਦੋਨੋਂ ਪੁਆਇੰਟਸ ਦੇ ਵਿੱਚ 2 ਪੁਆਇੰਟਸ ਗਿਵਨ ਹੁੰਦੇ ਆ, ਜਾਂ ਕਈ ਵਾਰ ਇੱਕ ਹੀ ਪੁਆਇੰਟਸ ਗਿਵਨ ਹੁੰਦਾ ਵਾ, ਆਪਾਂ ਨੂੰ ਦੂਜਾ ਉਸ ਦੇ ਵਿੱਚ ਹਿਡਨ ਹੁੰਦਾ। ਜਿੱਦਾਂ ਅੱਜ ਵਾਲਾ ਪੁਆਇੰਟ ਦੇਖ ਲਓ, ਮਤਲਬ ਕਿ ਕੁਛ ਲੋਕ ਕੀ ਸੋਚਦੇ ਆ ਕਿ ਜੇਕਰ ਲਾਇਸੈਂਸ ਬਣਾਉਣ ਦੀ ਜਿਹੜੀ ਏਜ ਆ ਉਸ ਨੂੰ ਵਧਾ ਦਿੱਤਾ ਜਾਵੇ ਤਾਂ ਜਿਹੜਾ ਵਾ ਇਸ ਨਾਲ ਰੋਡ ਐਕਸੀਡੈਂਟਸ ਵਿੱਚ ਕਮੀ ਆ ਸਕਦੀ ਆ। ਜੇਕਰ ਆਪਾਂ ਐਗਰੀ ਨਹੀਂ ਆ ਤਾਂ ਫਿਰ ਆਪਾਂ ਕੁਛ ਲਿਖਾਂਗੇ ਕਿ ਇੱਥੇ ਕੁਛ ਹੋਰ ਸਾਵਧਾਨੀਆਂ ਵਰਤਣ ਦੀ ਲੋੜ ਆ। ਇਕੱਲਾ ਏਜ ਵਧਾਉਣ ਦੇ ਨਾਲ ਹੀ ਜਿਹੜਾ ਵਾ ਐਕਸੀਡੈਂਟਸ ਨਹੀਂ ਘਟਣਗੇ, ਕੁਛ ਹੋਰ ਕਰਨ ਦੀ ਲੋੜ ਹੈ ਇੱਥੇ। ਦੇਖੋ ਕਿੱਦਾਂ ਪੈਰਾਫਰੇਜ਼ ਕਰਨਾ ਇਹਨੂੰ। ਇਟ ਇਜ਼ ਆਫਨ ਆਰਗਿਊਡ ਦੈਟ ਰਾਈਜ਼ਿੰਗ ਦਾ ਲੀਗਲ ਏਜ ਆਫ ਡਰਾਈਵਿੰਗ ਇਜ਼ ਇਨਫ ਟੂ ਇਨਸ਼ਿਓਰ ਰੋਡ ਸੇਫਟੀ। ਰਾਈਜ਼ਿੰਗ ਦਾ ਲੀਗਲ ਏਜ ਆਫ ਡਰਾਈਵਿੰਗ ਆਪਾਂ ਕਿਹਨੂੰ ਕਿਹਾ ਵਾ? ਏਜ ਲਿਮਿਟ ਫॉर ਦਾ ਡਰਾਈਵਰਸ ਸ਼ੁੱਡ ਬੀ ਇਨਕਰੀਜ਼ਡ ਨੂੰ ਆਪਾਂ ਲਿਖਿਆ ਵਾ ਰਾਈਜ਼ਿੰਗ ਦਾ ਲੀਗਲ ਏਜ ਆਫ ਡਰਾਈਵਿੰਗ ਇਜ਼ ਇਨਫ ਟੂ ਇਨਸ਼ਿਓਰ ਰੋਡ ਸੇਫਟੀ। ਟੂ ਇਨਸ਼ਿਓਰ ਰੋਡ ਸੇਫਟੀ ਦਾ ਮਤਲਬ ਹੈ ਟੂ ਰਿਡਿਊਸ ਦਾ ਨੰਬਰ ਆਫ ਐਕਸੀਡੈਂਟਸ ਔਨ ਰੋਡਸ। ਇਸ ਤੋਂ ਬਾਅਦ ਔਰ ਬਹੁਤ ਇੰਪੋਰਟੈਂਟ ਹੈ, ਠੀਕ ਹੈ। ਜਦੋਂ ਆਪਾਂ ਆਪਣਾ ਦੂਜਾ ਵਿਊ ਪੁਆਇੰਟ ਲਿਖਣਾ ਵਾ, ਔਰ ਵਿੱਚ ਜ਼ਰੂਰ ਲਿਖਿਆ ਹੋਣਾ ਚਾਹੀਦਾ ਵਾ। ਦੂਜੇ ਵਿਊ ਪੁਆਇੰਟ ਦਾ ਮਤਲਬ ਆ ਔਰ ਅਦਰ ਪ੍ਰੀਕੋਸ਼ਨਰੀ ਮੈਜਰਸ ਨੀਡ ਟੂ ਬੀ ਟੇਕਨ, ਕਿ ਮਤਲਬ ਆਪਾਂ ਨੂੰ ਇੱਥੇ ਹੋਰ ਸਾਵਧਾਨੀਆਂ ਵਰਤਣ ਦੀ ਲੋੜ ਆ ਕਿ ਲਾਇਸੈਂਸ ਬਣਾਉਣ ਦੀ ਜਿਹੜੀ ਏਜ ਆ ਇਹ ਇਕੱਲਾ ਉਸ ਨੂੰ ਇਨਕਰੀਜ਼ ਕਰਨਾ ਹੀ ਕਾਫੀ ਨਹੀਂ ਹੈ। ਬੜੀ ਕਲੀਅਰ ਅਤੇ ਸਟ੍ਰੇਟ ਫੋਰਵਰਡ ਜੋ ਪੈਰਾਫਰੇਜ਼ਿੰਗ ਹੈ ਉਹ ਕੀਤੀ ਗਈ ਹੈ ਇਸ ਦੀ। ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਥੀਸਿਸ ਸਟੇਟਮੈਂਟ ਦੀ। ਦੇਖੋ ਇੰਟਰੋਡਕਸ਼ਨ ਦੇ ਵਿੱਚ ਥੀਸਿਸ ਸਟੇਟਮੈਂਟ ਬਹੁਤ ਇੰਪੋਰਟੈਂਟ ਹੁੰਦੀ ਹੈ। ਜਿੱਦਾਂ ਕਿ ਆਪਾਂ ਦੇਖਾਂਗੇ ਅੱਜ ਦੀ ਥੀਸਿਸ ਸਟੇਟਮੈਂਟ ਲਿਖੀ ਹੋਈ ਹੈ, ਆਈ ਸਟਰੋਂਗਲੀ ਐਗਰੀ ਵਿਦ ਦਾ ਫਾਰਮਰ, ਔਰ ਜਾਂ ਆਪਾਂ ਲਿਖਾਂਗੇ ਫਾਰਮਰ ਜਾਂ ਲਿਖਾਂਗੇ ਲੈਟਰ ਵਿਊ ਪੁਆਇੰਟ ਆਫ ਅਬਵ ਸਟੇਟਮੈਂਟ ਐਂਡ ਪੁਆਇੰਟਸ ਰਿਲੇਟਡ ਟੂ ਦਿਸ ਵਿਲ ਬੀ ਡਿਸਕਸਡ ਇਨ ਦਾ ਨੈਕਸਟ ਪੈਰਾਗ੍ਰਾਫਸ। ਇੱਥੇ ਫਾਰਮਰ ਵਿਊ ਪੁਆਇੰਟ ਕਿਹੜਾ ਵਾ? ਜਿਹੜਾ ਬਲੂ ਕਲਰਸ ਵਿੱਚ ਲਿਖਿਆ ਹੋਇਆ ਜਿੱਦਾਂ ਰਾਈਜ਼ਿੰਗ ਦਾ ਲੀਗਲ ਏਜ ਆਫ ਡਰਾਈਵਿੰਗ, ਠੀਕ ਹੈ। ਜੇਕਰ ਆਪਾਂ ਪਹਿਲੇ ਵਾਲੀ ਸਟੇਟਮੈਂਟ ਨਾਲ ਐਗਰੀ ਹਾਂ ਤਾਂ ਫਿਰ ਆਪਾਂ ਲਿਖਦੇ ਹਾਂ ਆਈ ਸਟਰੋਂਗਲੀ ਐਗਰੀ ਵਿਦ ਦਾ ਫਾਰਮਰ ਵਿਊ ਪੁਆਇੰਟ। ਜੇਕਰ ਆਪਾਂ ਉਸ ਨਾਲ ਨਹੀਂ ਐਗਰੀ, ਜੇਕਰ ਆਪਾਂ ਸੈਕਿੰਡ ਵਾਲੀ ਨਾਲ ਐਗਰੀ ਹਾਂ ਤਾਂ ਫਿਰ ਆਪਾਂ ਲਿਖਦੇ ਹਾਂ ਆਈ ਸਟਰੋਂਗਲੀ ਐਗਰੀ ਵਿਦ ਦਾ ਲੈਟਰ ਵਿਊ ਪੁਆਇੰਟ ਆਫ ਦਾ ਅਬਵ ਸਟੇਟਮੈਂਟ। ਦੇਖੋ ਇਹਦੇ ਵਿੱਚ ਕੋਈ ਰੂਲ ਨਹੀਂ ਹੈ ਕਿ ਜਿੱਥੇ ਆਪਾਂ ਨੂੰ ਟੂ ਵਟ ਐਕਸਟੈਂਟ ਆ ਗਿਆ ਤਾਂ ਆਪਾਂ ਸਿਰਫ ਪਾਰਸ਼ਲੀ ਹੀ ਜਾ ਸਕਦੇ ਹਾਂ। ਉਸ ਦੇ ਵਿੱਚ ਆਪਾਂ ਸਟਰੋਂਗਲੀ ਐਗਰੀ ਵੀ ਹੋ ਸਕਦੇ ਹਾਂ ਕਿਸੇ ਸਟੇਟਮੈਂਟ ਨਾਲ, ਸਟਰੋਂਗਲੀ ਡਿਸਐਗਰੀ ਵੀ ਹੋ ਸਕਦੇ ਹਾਂ, ਜੋ ਕਿ ਸੇਮ ਆਪਾਂ ਅੱਜ ਦੇ ਟੌਪਿਕ ਵਿੱਚ ਕੀਤਾ ਹੈ। ਇਹ ਸੀ ਆਪਣੀ ਟਾਸਕ 2 ਦੀ ਐਗਰੀ ਔਰ ਡਿਸਐਗਰੀ ਟਾਈਪ ਦੀ ਪੈਰਾਫਰੇਜ਼ਿੰਗ ਅਤੇ ਕਿੱਦਾਂ ਆਪਾਂ ਇੰਟਰੋਡਕਸ਼ਨ ਇਸ ਦੀ ਲਿਖਦੇ ਹਾਂ। ਹੁਣ ਆਪਾਂ ਗੱਲ ਕਰਾਂਗੇ ਡਿਸਕਸ ਬੋਥ ਸਾਈਡਸ ਵਾਲੀ ਟਾਈਪ ਦੀ। ਕਿੱਦਾਂ ਆਪਾਂ ਸੇਮ ਮੈਥਡ ਯੂਜ਼ ਕਰਕੇ ਉਹ ਡਿਸਕਸ ਬੋਥ ਸਾਈਡਸ ਵਾਲੇ ਦੀ ਵੀ ਆਪਾਂ ਪੈਰਾਫਰੇਜ਼ਿੰਗ ਇੱਕ ਵਧੀਆ ਵੇ ਨਾਲ ਕਰ ਸਕਦੇ ਹਾਂ। ਦੇਖੋ ਸਟੇਟਮੈਂਟ ਪਹਿਲਾਂ ਆਪਾਂ ਸਟੇਟਮੈਂਟ ਰੀਡ ਕਰਾਂਗੇ, ਜਿੱਦਾਂ ਸਮ ਪੀਪਲ ਥਿੰਕ ਦੈਟ ਯੂਜ਼ ਆਰ ਕਰੂਅਲ and should be closed down. Others, however, believe that use can be useful in protecting wild animals. Discuss both sides of above arguments. ਦੇਖੋ ਇਸ ਦੇ ਵਿੱਚ ਕੀ ਗਿਵਨ ਹੈ ਕਿ ਕੁਛ ਲੋਕ ਸੋਚਦੇ ਨੇ ਕਿ ਜੋ ਯੂਜ਼ ਹੁੰਦੇ ਨੇ ਉਹਨਾਂ ਦੇ ਵਿੱਚ ਐਨੀਮਲਸ ਨਾਲ ਬਿਹੇਵ ਨਹੀਂ ਚੰਗਾ ਕੀਤਾ ਜਾਂਦਾ, ਉਹ ਕਠੋਰ ਹੁੰਦੇ ਨੇ, ਹਾਰਸ਼ ਹੁੰਦੇ ਨੇ, ਠੀਕ ਹੈ, ਅਤੇ ਇਹਨਾਂ ਨੂੰ ਬੰਦ ਕਰ ਦੇਣਾ ਚਾਹੀਦਾ ਵਾ। ਦੂਜੇ ਲੋਕ ਕੀ ਸੋਚਦੇ ਨੇ ਕਿ ਇਹ ਯੂਜ਼ਫੁਲ ਹੋ ਸਕਦੇ ਨੇ, ਕਾਹਦੇ ਲਈ? ਟੂ ਸੇਵ ਐਨੀਮਲਸ, ਮਤਲਬ ਕਿ ਜਿਹੜੇ ਵਾਈਲਡ ਐਨੀਮਲਸ ਹੁੰਦੇ ਨੇ, ਜੰਗਲੀ ਜਾਨਵਰ ਹੁੰਦੇ ਨੇ, ਉਹਨਾਂ ਨੂੰ ਪ੍ਰੋਟੈਕਟ ਕਰਕੇ ਰੱਖਿਆ ਜਾ ਸਕਦਾ ਵਾ ਯੂਜ਼ ਦੇ ਵਿੱਚ। ਜਿੱਦਾਂ ਕਿ ਉਹਨਾਂ ਦੀ ਗਿਣਤੀ ਦਿਨੋਂ ਦਿਨ ਘੱਟ ਰਹੀ ਹੈ, ਠੀਕ ਹੈ। ਜੇਕਰ ਯੂਜ਼ ਦੇ ਵਿੱਚ ਹੋਣਗੇ ਤਾਂ ਉਹ ਉਹਨਾਂ ਦੀ ਜਿਹੜੀ ਹੈ ਪਾਪੂਲੇਸ਼ਨ ਹੈ ਉਹਨੂੰ ਕੰਟਰੋਲ ਕਰਕੇ ਰੱਖਿਆ ਜਾ ਸਕਦਾ ਵਾ। ਜਿੱਦਾਂ ਕਿ ਆਪਾਂ ਆਲਰੇਡੀ ਗੱਲ ਕੀਤੀ ਹੈ ਕਿ ਡਿਸਕਸ ਬੋਥ ਸਾਈਡਸ ਵਾਲੇ ਦੇ ਵਿੱਚ ਬਹਿਸ ਹੁੰਦੀ ਹੈ, ਠੀਕ ਹੈ। ਇੱਕ ਵਿਊ ਪੁਆਇੰਟਸ ਹੁੰਦਾ ਵਾ ਜਿਹੜਾ ਦੂਜੇ ਵਿਊ ਪੁਆਇੰਟ ਦੇ ਓਪੋਜ਼ਿਟ ਹੁੰਦਾ ਵਾ। ਜਿੱਦਾਂ ਫਸਟ ਵਾਲਾ ਦੇਖ ਲਓ, ਸੈਕਿੰਡ ਵਾਲੇ ਦੇ ਓਪੋਜ਼ਿਟ ਹੋਵੇਗਾ। ਇਸ ਵਿੱਚ ਵੀ ਆਪਾਂ ਸੇਮ ਮੈਥਡ ਅਪਲਾਈ ਕਰਾਂਗੇ। ਇਟ ਇਜ਼ ਆਫਨ ਆਰਗਿਊਡ ਦੈਟ ਵਾਲਾ, ਠੀਕ ਹੈ। ਦੇਖੋ ਆਪਾਂ ਇਹ ਮੈਥਡ ਕਿਉਂ ਯੂਜ਼ ਕਰਦੇ ਹਾਂ? ਕਿਉਂਕਿ ਕਈ ਵਾਰੀ ਹੁੰਦਾ ਵਾ ਬੱਚੇ ਬਹੁਤ ਹੀ ਜ਼ਿਆਦਾ ਟਾਈਮ ਵੇਸਟ ਕਰਦੇ ਆ ਸੋਚਣ ਦੇ ਵਿੱਚ ਹੀ ਕਿ ਸਟਾਰਟਿੰਗ ਕਿੱਥੋਂ ਕੀਤੀ ਜਾਵੇ, ਠੀਕ ਹੈ। ਫਸਟ ਲਾਈਨ ਹੀ ਸੋਚਣ ਦੇ ਵਿੱਚ ਬੱਚੇ ਬਹੁਤ ਟਾਈਮ ਵੇਸਟ ਕਰਦੇ ਆ। ਤਾਂ ਆਪਾਂ ਨੂੰ ਇਹ ਗੱਲ ਚੰਗੀ ਤਰ੍ਹਾਂ ਪਤਾ ਵਾ ਕਿ ਟਾਈਮ ਜਿਹੜਾ ਵਾ ਬਹੁਤ ਇੰਪੋਰਟੈਂਟ ਹੁੰਦਾ ਵਾ, ਖਾਸ ਕਰਕੇ ਰਾਈਟਿੰਗ ਅਤੇ ਰੀਡਿੰਗ ਮੋਡਿਊਲ ਦੇ ਵਿੱਚ। ਹੁਣ ਆਪਾਂ ਇਸ ਨੂੰ ਪੈਰਾਫਰੇਜ਼ ਕਰਾਂਗੇ ਜਿੱਦਾਂ ਕਿ ਆਪਾਂ ਐਗਰੀ ਔਰ ਡਿਸਐਗਰੀ ਵਾਲੀ ਟਾਈਪ ਨੂੰ ਕੀਤਾ ਸੇਮ ਮੈਥਡ ਦੇ ਨਾਲ, ਠੀਕ ਹੈ। ਪੈਰਾਫਰੇਜ਼ਿੰਗ ਆਪਣੇ ਸਾਹਮਣੇ ਆ, ਜਿੱਦਾਂ ਪਹਿਲਾਂ ਰੀਡ ਕਰਾਂਗੇ। ਇਟ ਇਜ਼ ਆਫਨ ਆਰਗਿਊਡ ਦੈਟ ਕੀਪਿੰਗ ਐਨੀਮਲਸ ਲੌਕਡ ਅਪ ਇਨ ਯੂਜ਼ ਇਜ਼ ਕਰੂਅਲ ਐਂਡ ਅਨਨੈਸੈਸਰੀ। ਦੇਖੋ ਐਨੀਮਲਸ ਇੱਥੇ 2 ਵਾਰ ਲਿਖਿਆ, ਲਿਖਦੇ ਸਮੇਂ ਕਿਸੇ ਵੇਲੇ ਛੋਟੀਆਂ ਮਿਸਟੇਕਸ ਹੋ ਸਕਦੀਆਂ ਵਾ, ਆਪਾਂ ਅਵੋਇਡ ਕਰਨਾ ਇਹਨਾਂ ਨੂੰ। ਦੇਖੋ ਜੋ ਯੈਲੋ ਕਲਰ ਦੇ ਵਿੱਚ ਲਿਖਿਆ ਹੋਇਆ ਵਾ ਉਹ ਹੈਗੀ ਆ ਸਟੇਟਮੈਂਟ ਫਸਟ ਦੀ ਪੈਰਾਫਰੇਜ਼ਿੰਗ। ਜੋ ਲੋਕ ਸੋਚਦੇ ਆ ਕਿ ਯੂਜ਼ ਦੇ ਵਿੱਚ ਐਨੀਮਲਸ ਦੇ ਨਾਲ ਬਿਹੇਵ ਨਹੀਂ ਵਧੀਆ ਕੀਤਾ ਜਾਂਦਾ ਅਤੇ ਉਹਨਾਂ ਨੂੰ ਬੰਦ ਕਰ ਦੇਣਾ ਚਾਹੀਦਾ ਵਾ, ਠੀਕ ਹੈ। ਹੁਣ ਇੱਥੇ ਇੱਕ ਗੱਲ ਨੋਟ ਕਰਨ ਵਾਲੀ ਹੈ, ਦੇਖੋ ਕੀਪਿੰਗ ਆਪਾਂ ਇਜ਼ ਕਿਹਦੇ ਨਾਲ ਲਗਾਇਆ ਵਾ? ਯੂਜ਼ ਦੇ ਨਾਲ ਨਹੀਂ ਲਗਾਇਆ। ਇਹ ਨਹੀਂ ਸੋਚ ਕੇ ਲਿਖ ਦੇਣਾ ਕਿ ਯੂਜ਼ ਹੈ ਅਤੇ ਉਸ ਤੋਂ ਬਾਅਦ ਆਪਾਂ ਆਰ ਲੱਗਣਾ ਸੀ, ਠੀਕ ਹੈ। ਕੀਪਿੰਗ ਕੀ ਆ? ਜੈਰੰਡ ਤੋਂ ਸ਼ੁਰੂ ਕੀਤਾ ਆਪਾਂ। ਇਸ ਲਈ ਆਪਾਂ ਕਿਸੇ ਹੋਰ ਵੀਡੀਓ ਵਿੱਚ ਗੱਲ ਕਰਾਂਗੇ ਕਿ ਜੈਰੰਡ ਤੋਂ ਆਪਾਂ ਸ਼ੁਰੂ ਕਰਕੇ ਕਿੱਦਾਂ ਇੰਟਰੋਡਕਸ਼ਨ ਲਿਖ ਸਕਦੇ ਹਾਂ। ਕੀਪਿੰਗ ਦੇ ਨਾਲ ਯੂਜ਼ ਲੱਗਾ ਵਾ, ਠੀਕ ਹੈ। ਮਤਲਬ ਕੀ ਆ
ਕਿ ਐਨੀਮਲਸ ਨੂੰ ਯੂਜ਼ ਦੇ ਵਿੱਚ ਲੌਕਅਪ ਰੱਖਣਾ ਅਨਨੈਸੈਸਰੀ ਅਤੇ ਕਰੂਅਲ ਹੈ। ਠੀਕ ਹੈ, ਇਜ਼ ਤਾਂ ਲੱਗਾ ਵਾ, ਕੀਪਿੰਗ ਤੋਂ ਬਾਅਦ ਈਜ਼ੀ ਲੱਗੇਗਾ। ਠੀਕ ਹੈ, ਜੋ ਵੀ ਸੈਂਟੈਂਸ ਯੈਰ ਐਂਡ ਤੋਂ ਸ਼ੁਰੂ ਹੋਵੇਗਾ ਉਸ ਦੇ ਵਿੱਚ ਬਾਅਦ ਵਿੱਚ ਇਜ਼ ਲੱਗੇਗਾ। ਠੀਕ ਹੈ, ਸਿੰਗੂਲਰ ਫਾਰਮ ਲੱਗੇਗੀ। ਇਸ ਤੋਂ ਬਾਅਦ ਆਪਾਂ ਸ਼ੁਰੂ ਕਰਾਂਗੇ ਸੈਕੰਡ ਸਟੇਟਮੈਂਟ, ਜਿਹੜੀ ਕੀ ਕਹਿੰਦੀ ਹੈ ਕਿ ਯੂਜ਼ ਦੇ ਵਿੱਚ ਐਨੀਮਲ ਨੂੰ ਪ੍ਰੋਟੈਕਟ ਕਰਕੇ ਰੱਖਿਆ ਜਾ ਸਕਦਾ ਵਾ। ਇੱਕ ਗੱਲ ਇੱਥੇ ਬਹੁਤ ਇੰਪੋਰਟੈਂਟ ਆ ਕਿ ਜਦੋਂ ਵੀ ਆਪਾਂ ਆਪਣੀ ਸੈਕੰਡ ਸਟੇਟਮੈਂਟ ਸ਼ੁਰੂ ਕਰਨੀ ਹੈ, ਆਪਣੀ ਫਸਟ ਸਟੇਟਮੈਂਟ ਜਿੱਥੇ ਖਤਮ ਹੋ ਰਹੀ ਹੈ ਉਸ ਤੋਂ ਬਾਅਦ ਆਵੇਗਾ ਕੋਮਾ। ਠੀਕ ਹੈ, ਜਿੱਦਾਂ ਅਨਨੈਸੈਸਰੀ ਤੋਂ ਬਾਅਦ ਕੋਮਾ ਆਇਆ ਵਾ, ਉਸ ਤੋਂ ਬਾਅਦ ਇੱਕ ਆਪਾਂ ਲਿੰਕਰ ਲਗਾਵਾਂਗੇ। ਠੀਕ ਹੈ, ਵਾਈਲ ਲਗਾ ਦਿੰਦੇ ਹਾਂ, ਵੇਅਰ ਐਸ ਲਗਾ ਦਿੰਦੇ ਹਾਂ। ਇੱਥੇ ਆਪਾਂ ਲਗਾਇਆ ਵਾ ਵਿਲਸਟ। ਠੀਕ ਹੈ, ਬਹੁਤ ਵਧੀਆ ਅਤੇ ਇਫੈਕਟਿਵ ਵੇ ਹੈ ਇੱਕ ਲਿਖਣ ਦਾ, ਬਹੁਤ ਘੱਟ ਸਟੂਡੈਂਟ ਯੂਜ਼ ਕਰਦੇ ਆ। ਇਸ ਦਾ ਮਤਲਬ ਹੈ ਕਿ ਜਦ ਕਿ, ਠੀਕ ਹੈ, ਜਦ ਕਿ ਦੂਜੇ ਲੋਕ ਆ ਸੋਚਦੇ ਆ। ਵਿਲਸਟ, ਵਾਈਲ ਜਾਂ ਵੇਅਰ ਐਜ਼, ਹਾਊਐਵਰ ਹੋ ਗਿਆ। ਇਹੋ ਜਿਹੇ ਲਿੰਕਰ ਸਿਰਫ ਆਪਾਂ ਉਦੋਂ ਹੀ ਲਗਾ ਸਕਦੇ ਹਾਂ ਜਦੋਂ ਆਪਾਂ ਕੁਛ ਫਸਟ ਸਟੇਟਮੈਂਟ ਦੇ ਓਪੋਜ਼ਿਟ ਲਿਖਣਾ ਵਾ। ਜਿੱਦਾਂ ਆਪਾਂ ਇੱਥੇ ਲਿਖਿਆ ਵਾ, ਠੀਕ ਹੈ, ਕੀ ਲਿਖਿਆ ਦੇਖੋ, ਅਦਰਸ ਬਲੀਵ ਦੈਟ ਸੱਚ ਪਲੇਸਿਸ ਪਲੇ ਐਨ ਇੰਪੋਰਟੈਂਟ ਰੋਲ ਇਨ ਪ੍ਰੀਜ਼ਰਵਿੰਗ ਐਂਡੇਂਜਰਡ ਸਪੀਸ਼ੀਜ਼। ਇਸ ਦਾ ਮਤਲਬ ਹੈ ਕਿ ਦੂਜੇ ਲੋਕ ਕੀ ਸੋਚਦੇ ਆ ਕਿ ਜਿਹੜੇ ਯੂਜ਼ ਆ, ਆਪਾਂ ਸੱਚ ਪਲੇਸਿਸ ਕਿਹਨੂੰ ਲਿਖਿਆ ਵਾ, ਯੂਜ਼ ਨੂੰ ਲਿਖਿਆ। ਠੀਕ ਹੈ, ਉਹਨੂੰ ਰਿਪੀਟ ਨਹੀਂ ਕੀਤਾ। ਸੱਚ ਪਲੇਸਿਸ ਪਲੇ ਐਨ ਇੰਪੋਰਟੈਂਟ ਰੋਲ, ਕਿ ਜਿਹੜੀਆਂ ਇਹੋ ਜਿਹੀਆਂ ਪਲੇਸਿਸ ਆ ਮਤਲਬ ਯੂਜ਼ ਆ, ਉਹ ਨਾ ਇੱਕ ਇੰਪੋਰਟੈਂਟ ਰੋਲ ਪਲੇ ਕਰਦੇ ਆ ਕਾਹਦੇ ਵਿੱਚ, ਇਨ ਪ੍ਰੀਜ਼ਰਵਿੰਗ ਐਂਡੇਂਜਰਡ ਸਪੀਸ਼ੀਜ਼। ਇਹ ਕਿਹੜੀਆਂ ਸਪੀਸੀਜ਼ ਹੁੰਦੀਆਂ ਨੇ ਜਿਹੜੀਆਂ ਆਲਰੇਡੀ ਜਿਨ੍ਹਾਂ ਨੂੰ ਖਤਰਾ ਵਾ। ਠੀਕ ਹੈ, ਜਿਹੜੀਆਂ ਕਿ ਖਤਮ ਹੋ ਰਹੀਆਂ ਵਾ ਦਿਨੋਂ ਦਿਨ, ਉਹਨਾਂ ਨੂੰ ਬਚਾ ਕੇ ਰੱਖਣ ਦੇ ਵਿੱਚ ਯੂਜ਼ ਮਦਦ ਕਰਦੇ ਨੇ। ਇਹ ਸੀ ਆਪਣੀ ਪੈਰਾਫਰੇਜ਼ਿੰਗ ਜੋ ਕਿ ਆਪਾਂ ਨੂੰ ਸਟੇਟਮੈਂਟ ਗਿਵਨ ਸੀ। ਫਸਟ ਐਂਡ ਸੈਕੰਡ ਵਿਊ ਦੋਨੋਂ ਆਪਾਂ ਇੱਕ ਲਾਈਨ ਦੇ ਵਿੱਚ ਹੀ ਇੱਕ ਲਿੰਕਰ ਲਗਾ ਕੇ ਵਿਲਸ ਲਗਾ ਕੇ ਆਪਾਂ ਦੋਨੋਂ ਲਿਖ ਦਿੱਤੇ ਆ। ਠੀਕ ਹੈ, ਉਸ ਤੋਂ ਬਾਅਦ ਆਵੇਗੀ ਇਹਦੀ ਥੀਸੀ ਸਟੇਟਮੈਂਟ। ਇਹਦੀ ਥੀਸੀ ਸਟੇਟਮੈਂਟ ਬਹੁਤ ਸਿੰਪਲ ਹੁੰਦੀ ਹੈ। ਠੀਕ ਹੈ, ਜਿੱਦਾਂ ਕਿ ਦਿਸ ਐਸੇ ਵਿਲ ਐਗਜ਼ਾਮਿਨ ਬੋਥ ਸਾਈਡਸ ਆਫ ਅਬਵ ਸਟੇਟਮੈਂਟ ਇਨ ਦਾ ਅਪਕਮਿੰਗ ਪੈਰਾਗ੍ਰਾਫਸ। ਠੀਕ ਹੈ, ਦੇਖੋ ਵਿਦਾਊਟ ਐਨੀ ਹੈਜ਼ੀਟੇਸ਼ਨ ਜਿੱਥੇ ਵੀ ਤੁਹਾਨੂੰ ਡਿਸਕਸ ਬੋਥ ਸਾਈਡਸ ਆ ਜਾਂਦਾ ਵਾ ਤੁਹਾਨੂੰ ਐਗਜ਼ਾਮਸ ਦੇ ਵਿੱਚ, ਠੀਕ ਹੈ, ਜਾਂ ਐਗਰੀ ਔਰ ਡਿਸਐਗਰੀ ਵਾਲੀ ਟਾਈਪ ਆ ਜਾਂਦੀ ਹੈ, ਤਾਂ ਤੁਸੀਂ ਸਿੰਪਲੀ ਇੱਦਾਂ ਆਪਣੀ ਪੈਰਾਫਰੇਜ਼ਿੰਗ ਇੱਕ ਵਧੀਆ ਤਰੀਕੇ ਨਾਲ ਕਰ ਸਕਦੇ ਜੀ। ਦ ਸੇਮ ਮੈਥਡ ਆਈ ਅਪਲਾਈਡ ਇਨ ਮਾਈ ਐਗਜ਼ਾਮ ਐਂਡ ਆਈ ਗੋਟ 7 ਬੈਂਡ ਇਨ ਰਾਈਟਿੰਗ। ਸੋ ਆਈ ਹੋਪ ਕਿ ਯੂ ਵਿਲ ਆਲਸੋ ਗੈਟ ਗੁੱਡ ਬੈਂਡ ਸਕੋਰਸ ਇਨ ਰਾਈਟਿੰਗ ਬਾਈ ਯੂਜ਼ਿੰਗ ਦ ਸੇਮ ਮੈਥਡ। ਨੈਕਸਟ ਆਪਾਂ ਗੱਲ ਕਰਾਂਗੇ ਕਿ ਕਿਹੜੀਆਂ ਕੁਛ ਗੱਲਾਂ ਨੇ ਜਿਹੜੀਆਂ ਇੰਟਰੋਡਕਸ਼ਨ ਵਿੱਚ ਆਪਾਂ ਨੂੰ ਧਿਆਨ ਵਿੱਚ ਰੱਖਣੀਆਂ ਹੁੰਦੀਆਂ ਨੇ, ਅਤੇ ਇੰਟਰੋਡਕਸ਼ਨ ਵਿੱਚ ਐਕਚੁਅਲ ਦੇ ਵਿੱਚ ਹੁੰਦਾ ਕੀ ਕੀ ਹੈ। ਦੇਖੋ ਜਿੱਦਾਂ ਕਿ ਦੇਖੋ ਇੰਟਰੋਡਕਸ਼ਨ ਜ਼ਿਆਦਾਤਰ 2 ਜਾਂ 3 ਸੈਂਟੈਂਸ ਦੀ ਹੁੰਦੀ ਹੈ। ਫਸਟ ਸੈਂਟੈਂਸ ਦੇ ਵਿੱਚ ਬੈਕਗਰਾਊਂਡ ਲਾਈਨ ਹੁੰਦੀ ਹੈ, ਜਿੱਦਾਂ ਕਿ ਆਪਾਂ ਅੱਜ ਨਹੀਂ ਲਿਖੀ, ਆਪਸ਼ਨਲ ਹੁੰਦੀ ਹੈ। ਠੀਕ ਹੈ, ਜੇ ਆਪਾਂ ਲਿਖ ਸਕਦੇ ਹਾਂ ਵਧੀਆ ਗੱਲ ਹੈ, ਨਹੀਂ ਤਾਂ ਇਹ ਇੰਪੋਰਟੈਂਟ ਨਹੀਂ ਹੁੰਦੀ। ਠੀਕ ਹੈ, ਜੇ ਲਿਖਦੇ ਹਾਂ ਆਪਾਂ ਮਤਲਬ ਵਧੀਆ ਆਪਾਂ ਨੂੰ ਵੋਕੈਬਲਰੀ ਹੈਗੀ ਹੈ, ਠੀਕ ਹੈ, ਵਧੀਆ ਬੈਕਗਰਾਊਂਡ ਲਾਈਨ ਆਪਣੇ ਕੋਲ ਟੋਪਿਕ ਦੇ ਰਿਲੇਟਡ ਹੈਗੀ ਆ, ਤਾਂ ਆਪਾਂ ਲਿਖ ਸਕਦੇ ਹਾਂ। ਅਦਰਵਾਈਜ਼ ਦੇਰ ਇਜ਼ ਨੋਟ ਐਨੀ ਪ੍ਰੋਬਲਮ। ਠੀਕ ਹੈ, ਆਪਾਂ ਸੈਕੰਡ ਸੈਂਟੈਂਸ ਦੀ ਗੱਲ ਕਰਦੇ ਹਾਂ। ਇਸ ਵਿੱਚ ਆਪਣੀ ਪੈਰਾਫਰੇਜ਼ਿੰਗ ਹੁੰਦੀ ਹੈ, ਜਿੱਦਾਂ ਕਿ ਆਪਾਂ ਇਟ ਇਜ਼ ਆਫਨ ਆਰਗਿਊਡ ਵਾਲੀ ਲਿਖੀ, ਉਹ ਸਿਰਫ ਪੈਰਾਫਰੇਜ਼ਿੰਗ ਸੀ। ਪੈਰਾਫਰੇਜ਼ਿੰਗ ਕਰਨ ਦੇ 3 ਡਿਫਰੈਂਟ ਵੇਜ਼ ਹੁੰਦੇ ਨੇ। ਠੀਕ ਹੈ, ਜਿੱਦਾਂ ਕਿ ਪਹਿਲਾ ਹੁੰਦਾ ਵਾ ਜੇਕਰ ਸਟੇਟਮੈਂਟ ਆਪਾਂ ਨੂੰ ਐਕਟਿਵ ਵਿੱਚ ਗਿਵਨ ਹੈ, ਆਪਾਂ ਉਸਨੂੰ ਪੈਸਿਵ 'ਚ ਕਨਵਰਟ ਕਰ ਸਕਦੇ ਹਾਂ। ਜੇ ਪੈਸਿਵ 'ਚ ਗਿਵਨ ਹੈ ਤਾਂ ਐਕਟਿਵ ਵਿੱਚ ਕਨਵਰਟ ਕਰ ਦਈਏ। ਅਤੇ ਥਰਡ ਮੈਥਡ ਹੈ ਜਿਹੜਾ ਉਹ ਆਪਾਂ ਯੈਰਨ ਯੂਜ਼ ਕਰਕੇ ਲਿਖਦੇ ਹਾਂ। ਠੀਕ ਹੈ, ਉਸ ਦੀ ਆਪਾਂ ਫਿਰ ਕਦੇ ਗੱਲ ਕਰਾਂਗੇ। ਠੀਕ ਹੈ, ਇਸ ਵਿੱਚ ਕੀ ਹੁੰਦਾ ਵਾ, ਤਾਂ ਇਸ ਤੋਂ ਬਾਅਦ ਹੁੰਦੀ ਹੈ ਥੀਸੀ ਸਟੇਟਮੈਂਟ, ਜਿੱਦਾਂ ਕਿ ਉਹ ਥਰਡ ਸੈਂਟੈਂਸ ਦੇ ਵਿੱਚ ਹੁੰਦੀ ਹੈ। ਉਸ ਵਿੱਚ ਆਪਾਂ ਦੱਸਦੇ ਹਾਂ ਕਿ ਆਪਾਂ ਨੇ BPs ਵਿੱਚ ਕੀ ਕਰਨ ਜਾ ਰਹੇ ਹਾਂ। ਇਹ ਬਹੁਤ ਇੰਪੋਰਟੈਂਟ ਹੁੰਦੀ ਹੈ। ਠੀਕ ਹੈ, ਕਈ ਵਾਰ ਬੱਚੇ ਮਤਲਬ ਇੰਨਾ ਸੀਰੀਅਸ ਨਹੀਂ ਲੈਂਦੇ ਥੀਸੀ ਸਟੇਟਮੈਂਟ ਨੂੰ, ਬਟ ਇਹ ਬਹੁਤ ਇੰਪੋਰਟੈਂਟ ਹੁੰਦੀ ਹੈ। ਕੋਸ਼ਿਸ਼ ਕਰੋ ਕਿ ਜੋ ਵੀ ਆਪਾਂ ਥੀਸੀ ਸਟੇਟਮੈਂਟ ਲਿਖ ਰਹੇ ਹਾਂ ਉਹ ਸਿੰਪਲ ਹੋਵੇ, ਉਸ ਦੇ ਵਿੱਚ ਬਹੁਤ ਜ਼ਿਆਦਾ ਹਾਈ ਫਰੀਕੁਐਂਸੀ ਵਰਡਸ ਨਾ ਹੋਣ, ਕਿਉਂਕਿ ਐਗਜ਼ਾਮੀਨਰ ਈਜ਼ੀਲੀ ਕੈਚ ਕਰ ਲੈਂਦੇ ਆ ਕਿ ਜੋ ਵੀ ਆਪਾਂ ਲਿਖ ਰਹੇ ਹਾਂ, ਠੀਕ ਹੈ, ਇਹ ਆਪਣਾ ਵਾ ਜਾਂ ਆਪਾਂ ਕਿਸੇ ਦਾ ਕਾਪੀ ਕੀਤਾ ਹੋਇਆ ਵਾ। ਟੈਂਪਲੇਟਸ ਵਗੈਰਾ ਅਵੋਇਡ ਕਰਿਆ ਕਰੋ। ਠੀਕ ਹੈ, ਇਹਦੇ ਨਾਲ ਆਪਣੇ ਬੈਂਡ ਸਕੋਰ ਘਟਦੇ ਆ। ਜਿੰਨੀ ਥੀਸੀ ਸਟੇਟਮੈਂਟ ਸਿੰਪਲ ਹੋਵੇ ਉਨੀ ਵਧੀਆ ਰਹੂਗੀ। ਠੀਕ ਹੈ, ਬਹੁਤਾ ਕੁਛ ਇਹਦੇ ਵਿੱਚ ਆਪਾਂ ਨੂੰ ਇਫੈਕਟਿਵ ਲਿਖਣ ਦੀ ਲੋੜ ਵੀ ਨਹੀਂ ਹੈਗੀ। ਹੁਣ ਆਪਾਂ ਕੁਛ ਉਹਨਾਂ ਪੁਆਇੰਟਸ ਦੀ ਗੱਲ ਕਰਾਂਗੇ ਜਿਹੜੇ ਕਿ ਬਹੁਤ ਇੰਪੋਰਟੈਂਟ ਹੁੰਦੇ ਨੇ ਵਾਈਲ ਰਾਈਟਿੰਗ ਇੰਟਰੋਡਕਸ਼ਨ। ਵੀ ਨੀਡ ਟੂ ਕੀਪ ਇਨ ਮਾਈਂਡ, ਫਸਟ ਆਫ ਆਲ ਟਰਾਈ ਨੋਟ ਟੂ ਰਾਈਟ ਇੰਟਰੋਡਕਸ਼ਨ ਲੈਸ ਦੈਨ 35 ਵਰਡਸ ਔਰ ਮੋਰ ਦੈਨ 60 ਵਰਡਸ। ਮਤਲਬ ਕਿ ਜਿਹੜੀ ਆਪਣੀ ਇੰਟਰੋਡਕਸ਼ਨ ਹੁੰਦੀ ਆ ਉਹ 35 ਵਰਡਸ ਤੋਂ ਘੱਟ ਨਾ ਹੋਵੇ ਅਤੇ 60 ਵਰਡਸ ਤੋਂ ਜ਼ਿਆਦਾ ਨਾ ਹੋਵੇ। ਇਸ ਨਾਲ ਕਈ ਵਾਰ ਪ੍ਰੋਬਲਮ ਹੁੰਦੀ ਹੈ ਕਿ ਜੇ ਆਪਾਂ 60 ਵਰਡਸ ਤੋਂ ਜ਼ਿਆਦਾ ਲਿਖ ਦਿੰਦੇ ਹਾਂ ਤਾਂ ਆਪਣਾ ਐਸੇ 300 ਵਰਡਸ ਤੋਂ ਅਬਵ ਹੋ ਜਾਂਦਾ ਵਾ, ਜਿਸ ਨਾਲ ਬੈਂਡ ਸਕੋਰ ਆਟੋਮੈਟਿਕਲੀ ਆਪਣੇ ਡਿਕਰੀਜ਼ ਹੋਣਗੇ। ਸੈਕੰਡ ਕੀ ਹੈ ਕਿ ਥੀਸੀ ਸਟੇਟਮੈਂਟ, ਜਿੱਦਾਂ ਕਿ ਆਪਾਂ ਆਲਰੇਡੀ ਗੱਲ ਕਰ ਚੁੱਕੇ ਹਾਂ ਕਿ ਸਿੰਪਲ ਲਿਖੋ, ਜਿੰਨੀ ਵੀ ਲਿਖ ਸਕਦੇ। ਠੀਕ ਹੈ, ਇਹਦੇ ਵਿੱਚ ਕੋਈ ਬਹੁਤੇ ਮਤਲਬ ਹਾਈ ਫਰੀਕੁਐਂਸੀ ਵਰਡ ਯੂਜ਼ ਕਰਨ ਦੀ ਲੋੜ ਨਹੀਂ। ਥਰਡ, ਪ੍ਰੈਕਟਿਸ ਆਫ ਰਾਈਟਿੰਗ ਇੰਟਰੋ ਵਿਦਿਨ 5 ਮਿੰਟਸ। ਕਿ ਆਪਣੇ ਸੈਂਟਰ ਪ੍ਰੈਕਟਿਸ ਕਰਦੇ ਹੋ ਜਾਂ ਆਪਣੇ ਘਰ ਪ੍ਰੈਕਟਿਸ ਕਰਦੇ ਹੋ, ਕੋਸ਼ਿਸ਼ ਕਰੋ ਕਿ 5 ਮਿੰਟ ਦੇ ਅੰਦਰ ਅੰਦਰ ਆਪਾਂ ਇੰਟਰੋਡਕਸ਼ਨ ਲਿਖ ਲਈਏ। ਠੀਕ ਹੈ, ਉਸ ਤੋਂ ਬਾਅਦ ਆਪਣਾ
ਈਜ਼ੀਲੀ ਆਪਾਂ 35 ਮਿੰਟਸ ਦੇ ਵਿੱਚ ਜੋ ਕਿ ਆਪਣਾ ਟਾਸਕ 2 ਆ ਈਜ਼ੀਲੀ ਆਪਾਂ ਕੰਪਲੀਟ ਕਰ ਸਕਦੇ ਹਾਂ। ਅਦਰਵਾਈਜ਼ ਆਪਣੇ ਕੋਲ ਟਾਈਮ ਮੈਨੇਜ ਕਰਨਾ ਔਖਾ ਹੋ ਜਾਂਦਾ ਵਾ। ਇਹ ਸੀ ਆਪਣੀ ਅੱਜ ਦੀ ਵੀਡੀਓ। ਆਈ ਹੋਪ ਤੁਸੀਂ ਜ਼ਰੂਰ ਇਹਦੇ ਤੋਂ ਕੁਛ ਨਾ ਕੁਛ ਸਿੱਖਿਆ ਹੋਵੇਗਾ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਜ਼ਰੂਰ ਕਮੈਂਟ ਕਰਕੇ ਦੱਸਣਾ। ਜੇਕਰ ਤੁਸੀਂ ਚਾਹੁੰਦੇ ਹੋ ਕਿ ਮੈਂ BP1 ਅਤੇ BP2 ਦੇ ਉੱਤੇ ਇੱਕ ਫੁੱਲ ਵੀਡੀਓ ਬਣਾਵਾਂ ਤਾਂ ਕਮੈਂਟ ਕਰਕੇ ਜ਼ਰੂਰ ਇਸ ਵੀਡੀਓ ਨੂੰ ਆਪਣੇ ਉਹਨਾਂ ਫਰੈਂਡਸ ਨਾਲ ਜ਼ਰੂਰ ਸ਼ੇਅਰ ਕਰਨਾ ਜਿਹੜੇ ਕਿ ਆਈਲੈਟਸ ਕਰ ਰਹੇ ਨੇ। ਆਈ ਨੋ ਕਿ ਬਹੁਤ ਸਾਰੇ ਸਟੂਡੈਂਟਸ ਪ੍ਰੋਬਲਮ ਫੇਸ ਕਰਦੇ ਨੇ ਰਾਈਟਿੰਗ ਮੋਡਿਊਲ ਦੇ ਵਿੱਚ। ਮੈਂ ਉਮੀਦ ਕਰਦਾ ਹਾਂ ਕਿ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਉਹਨਾਂ ਦੀਆਂ ਰਾਈਟਿੰਗ ਦੀਆਂ ਪ੍ਰੋਬਲਮਸ ਸੋਲਵ ਹੋ ਜਾਣਗੀਆਂ।